संतां के कारज, आप खलोया संतां के कारज। हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ ਇੱਕ ਐਸੀ ਮਨਮੋਹਣੀ ਵਸਤੂ ਹੈ। ਬੜੇ ਬੜੇ ਤਪਸਵੀ ਸਾਧੂ ਸਭ ਲੋਕ ਇਸ ਨੇ ਆਪਣੇ ਵੱਸ ਕਰ ਰੱਖੇ ਹਨ। ਬਾਣੀ ਵਿੱਚ ਫਰਮਾਨ ਹੈ, ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਬਿਸ਼ਨ ਮਹਾਦੇਵ ਮੋਹਿਆ। ਗੁਰਮੁਖ ਨਾਮ ਲੱਗੇ ਸੇ ਸੋਹਿਆ। ਲੱਖਾਂ ਯਤਨ ਕਰਨ 'ਤੇ ਵੀ ਬੰਦਾ ਛੁੱਟ ਨਹੀਂ ਸਕਦਾ। ਇੱਕ ਸਮੇਂ ਇੱਕ ਸੰਤ ਬਾਬਾ ਜੀ ਦੇ ਦਰਸ਼ਨ ਕਰਨ ਆਇਆ। ਹਜ਼ੂਰ ਨੇ ਆਪਣੀ ਮਰਿਆਦਾ ਅਨੁਸਾਰ ਪੁੱਛਿਆ, ਦਰਸ਼ਨ ਹੈ ਕਿ ਪ੍ਰਸ਼ਨ? ਉਸ ਨੇ ਬੇਨਤੀ ਕੀਤੀ, ਜੀ ਪ੍ਰਸ਼ਨ ਵੀ ਹੈ ਤਾਂ ਬਚਨ ਕੀਤਾ, ਪ੍ਰਸ਼ਨ ਵੀ ਕਰ ਲਵੋ। ਤਾਂ ਸੰਤ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕੀਤਾ ਹੈ। ਸਾਰੀ ਜ਼ਿੰਦਗੀ ਵਿੱਚ ਮੈਂ ਆਪਣੇ ਕੋਲ ਲੱਖ ਰੁਪਇਆ ਜਮ੍ਹਾਂ ਨਹੀਂ ਵੇਖਿਆ। ਉਪਰੰਤ ਬਚਨ ਕੀਤਾ, ਤੈਂ ਮਾਇਆ ਕੀ ਕਰਨੀ ਹੈ, ਗੁਜ਼ਾਰੇ ਜੋਗੀ ਹੀ ਮਿਲੇ ਤਾਂ ਚੰਗੀ ਹੈ। ਤੂੰ ਬੰਦਗੀ ਕਰਕੇ ਜਨਮ ਸਫਲ ਕਰ ਲੈ। ਖੈਰ ਉਹ ਸਾਧੂ ਬਾਰ-ਬਾਰ ਇਹੋ ਮੰਗ ਕਰੇ ਕਿ 2 ਕੁ ਦਿਨ ਆਪਣੇ ਕੋਲ ਰੱਖਣ ਉਪਰੰਤ ਉਸ ਨੂੰ ਸੰਤ ਬਹਾਲ ਦਾਸ ਜੀ ਕੋਲ ਪੌ ਵਾਲੀ ਜੱਸੀ ਭੇਜ ਦਿੱਤਾ। ਨਾਲ ਬਚਨ ਕੀਤਾ, ਤੈਨੂੰ 4 ਪੈਸੇ ਖਰਚਣ ਜੋਗੇ ਮਿਲ ਜਾਣਗੇ। ਇਸ ਤੋਂ ਬਾਅਦ 2 ਮਹੀਨੇ ਸੰਤ ਬਹਾਲ ਦਾਸ ਜੀ ਕੋਲ ਉਸਨੇ ਲਾਏ। ਉੱਥੇ ਵੀ ਨਾ ਰਹਿ ਸਕਿਆ। ਆਖਰ ਨੂੰ ਭੁੱਚੋ ਹੀ ਪਹੁੰਚ ਗਿਆ। ਆਪਣੇ ਮਨ ਦੀ ਵਿਥਿਆ ਸੁਣਾਈ। ਸੁਣਾ ਕੇ ਹਜ਼ੂਰ ਨੇ ਬਚਨ ਕੀਤਾ, ਨਾਲ ਇੱਕ ਕੋਈ ਸ਼ਬਦ ਦੱਸ ਕੇ ਉਸ ਦੀ ਸਾਰੀ ਮਰਿਆਦਾ ਸਮਝਾ ਕੇ ਬਚਨ ਕੀਤਾ, ਇਸ ਮਾਇਆ ਨੂੰ ਲੈ ਕੇ ਕਦੇ ਕਿਸੇ ਨੇ ਸੁੱਖ ਨਹੀਂ ਵੇਖਿਆ। ਸੱਚਾ ਧਨ ਪਰਮੇਸ਼ਰ ਦਾ ਨਾਮ ਹੀ ਹੈ। ਇਹ ਮਨ ਇਹ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਟੋਟਾ ਮੂਲ ਨ ਆਵਈ, ਲਾਹਾ ਸਦ ਹੀ ਹੋਏ। ਖਾਧੇ ਖਰਚੀਏ ਟੋਟ ਨ ਆਵਈ, ਸਦਾ ਸਦਾ ਉਹ ਦੇ। ਸਹਿਸਾ ਮੂਲ ਨ ਹੋਵਈ, ਹਾਣਤ ਕਦੇ ਨ ਹੋਏ। ਨਾਨਕ ਗੁਰਮੁਖ ਪਾਈਐ, ਜਾ ਕੋ ਨਦਰ ਕਰੇ। ਇਸ ਬਚਨ ਨੂੰ ਉਹ ਨਾ ਸਮਝ ਸਕਿਆ ਤੇ ਚਲਾ ਗਿਆ। ਜੋ ਬਾਬਾ ਜੀ ਨੇ ਉਸ ਨੂੰ ਜੁਗਤ ਦੱਸੀ ਤੇ ਉਸ ਨੇ ਉਸ ਅਨੁਸਾਰ ਸ਼ਬਦ ਦਾ ਜਾਪ ਕਰ ਲਿਆ। ਕੁਝ ਸਮੇਂ ਬਾਅਦ ਮਾਇਆ ਚੰਗੀ ਆਉਣ ਲੱਗ ਪਈ। ਨਾਲ ਦੀ ਨਾਲ ਹੀ ਉਹ ਮਾਇਆ ਆਪਣੇ ਇੱਕ ਮਿੱਤਰ ਜਿਹੜਾ ਜਲੰਧਰ ਰਹਿੰਦਾ ਸੀ, ਉਸ ਦੇ ਪਾਸ ਜਮ੍ਹਾਂ ਕਰਦਾ ਰਿਹਾ। ਕੁਝ ਸਮੇਂ ਬਾਅਦ ਮਿੱਤਰ ਤੋਂ ਆਪਣੀ ਅਮਾਨਤ ਮੰਗਣ 'ਤੇ ਰਾਤ ਨੂੰ ਉਹਨਾਂ ਨੇ ਮਾਰ ਦਿੱਤਾ। ਜਨ ਭਗਤਨ ਕੋ ਕਹੋ ਨਾ ਮਾਨੋ, ਕੀਓ ਆਪਣੋ ਪਾਈਐ।
ਵਾਲੀ ਗੱਲ ਵਾਪਰੀ। ਕੋਟ ਬਿਗਨ ਹਿਰੇ ਖਿਨ ਮਾਹੇ। ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਦੇ ਸਮੇਂ ਕਿਸੇ ਸੇਵਕ ਨੂੰ ਕੋਈ ਸਰੀਰਕ ਦੁੱਖ ਤਕਲੀਫ ਜੇ ਆਈ ਤਾਂ ਕਿਸੇ ਭੁੱਲ ਕਾਰਨ ਆਈ, ਹਜ਼ੂਰ ਨੇ ਉਸ ਸਮੇਂ ਹੀ ਤਕਲੀਫ ਵੀ ਦੂਰ ਕਰ ਦਿੱਤੀ, ਨਾਲੇ ਤਕਲੀਫ ਆਉਣ ਦਾ ਕਾਰਨ ਦੱਸ ਕੇ ਅੱਗੋਂ ਤੋਂ ਸਾਵਧਾਨ ਕਰ ਦਿੱਤਾ। ਇੱਕ ਵਾਰ ਭਾਈ ਰਤਨ ਸਿੰਘ ਡਰੌਲੀ ਅਤੇ ਜੈ ਕੌਰ ਦੋਵੇਂ ਤੀਜਾ ਭਜਨ ਸਿੰਘ ਲੰਗਰ ਤਿਆਰ ਕਰਨ ਜਾ ਰਹੇ ਸਨ। ਰਸਤੇ ਵਿੱਚ ਕਿਸੇ ਘਰ ਸਹਿਜ ਪਾਠ ਦਾ ਭੋਗ ਪਾ ਕੇ ਦੇਗ ਵਰਤ ਰਹੀ ਸੀ। ਦੇਗ ਵਰਤਾਉਣ ਵਾਲੇ ਨੇ ਆਵਾਜ਼ ਮਾਰ ਕੇ ਰਤਨ ਸਿੰਘ ਡਰੌਲੀ ਨੂੰ ਵੀ ਪ੍ਰਸ਼ਾਦ ਦੇ ਦਿੱਤਾ। ਇਸ ਨੇ ਉਸ ਸਮੇਂ ਹੀ ਪ੍ਰਸ਼ਾਦ ਲੈ ਕੇ ਖਾ ਲਿਆ। ਭਜਨ ਸਿੰਘ ਅਤੇ ਜੈ ਕੌਰ ਦੋਵੇਂ ਅੱਗੇ ਲੰਘ ਚੁੱਕੇ ਸਨ। ਭਾਈ ਰਤਨ ਸਿੰਘ ਡਰੌਲੀ ਪ੍ਰਸ਼ਾਦ ਮੂੰਹ ਵਿੱਚ ਪਾਉਣ ਸਾਰ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਪਿੱਛੋਂ ਭਜਨ ਸਿੰਘ ਨੂੰ ਆਵਾਜ਼ਾਂ ਮਾਰ ਕੇ ਲੋਕਾਂ ਨੇ ਸਾਰੀ ਗੱਲ ਦੱਸੀ। ਉਸ ਸਮੇਂ ਹੀ ਇੱਕ ਭਜਨ ਸਿੰਘ ਤੇ ਇੱਕ ਹੋਰ ਪ੍ਰੇਮੀ ਬੇਹੋਸ਼ ਰਤਨ ਸਿੰਘ ਨੂੰ ਚੁੱਕ ਕੇ ਬਾਬਾ ਜੀ ਪਾਸ ਲੈ ਆਏ ਤੇ ਸਾਰੀ ਬੇਨਤੀ ਹਜ਼ੂਰ ਦੇ ਪਾਸ ਕਰ ਦਿੱਤੀ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਕਿਸੇ ਦੇ ਘਰੋਂ ਬਿਨਾਂ ਹੁਕਮ ਤੋਂ ਕਿਉਂ ਕੁਛ ਲਿਆ ਅਤੇ ਖਾਧਾ। ਉਪਰੰਤ ਭਾਈ ਕਪੂਰ ਸਿੰਘ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਦਾ ਹੁਕਮ ਕਰਕੇ ਆਪਣੀ ਹਜ਼ੂਰੀ ਵਿੱਚ ਪਾ ਲਿਆ। ਨੀਲਾ ਸਿੰਘ ਨੂੰ ਲੰਗਰ ਤਿਆਰ ਕਰਨ ਵਾਸਤੇ ਭੇਜ ਦਿੱਤਾ। ਲੰਗਰ ਤਿਆਰ ਹੋ ਕੇ ਆਉਣ ਤੱਕ ਹਜ਼ੂਰ ਨੇ ਰਤਨ ਸਿੰਘ ਡਰੌਲੀ ਨੂੰ ਉਠਾ ਕੇ ਆਪਣੀ ਸੇਵਾ ਵਿੱਚ ਲਾਇਆ ਹੋਇਆ ਸੀ। ਲੰਗਰ ਤਿਆਰ ਹੋ ਕੇ ਆ ਗਿਆ। ਰੋਜ਼ ਦੀ ਤਰ੍ਹਾਂ ਸਾਰੀ ਮਰਿਆਦਾ ਹੋ ਗਈ। ਸਭ ਸੰਗਤ ਨੇ ਲੰਗਰ ਛਕ ਲਿਆ। ਉਪਰੰਤ ਹਜ਼ੂਰ ਨੇ ਸਭ ਸੇਵਕ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਭਜਨ ਸਿੰਘ, ਭਾਈ ਰਤਨ ਸਿੰਘ ਡਰੌਲੀ ਤੇ ਤੀਜੀ ਜੈ ਕੌਰ ਇਹਨਾਂ ਨੂੰ ਬੁਲਾ ਕੇ ਰਤਨ ਸਿੰਘ ਡਰੌਲੀ ਨੂੰ ਪੁੱਛਿਆ, ਤੈਂ ਪ੍ਰਸ਼ਾਦ ਕਿਉਂ ਲਿਆ ਤੇ ਖਾਧਾ। ਰਤਨ ਸਿੰਘ ਡਰੌਲੀ ਨੇ ਦੱਸਿਆ, ਮਹਾਰਾਜ ਮੈਂ ਤਾਂ ਇਹ ਸਮਝਿਆ ਇਹ ਤਾਂ ਗੁਰੂ ਕੀ ਦੇਗ ਹੈ, ਭੋਗ ਲੱਗਿਆ ਹੈ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਇਹਨਾਂ ਲੋਕਾਂ ਨੇ ਨਾ ਇਸ਼ਨਾਨ ਕਰਨ ਵੇਲੇ ਬਾਣੀ ਪੜ੍ਹਨੀ, ਨਾ ਦੇਗ ਬਣਾਉਣ ਵੇਲੇ ਮਨ ਮਰਜ਼ੀ ਦੀਆਂ ਗੱਲਾਂ ਕਰੀ ਜਾਣੀਆਂ, ਨਾ ਸਤਿਗੁਰੂ ਨੂੰ ਭੋਗ ਲਾਉਂਦੇ ਹਨ, ਨਾ ਗੁਰੂ ਕੀ ਦੇਗ ਬਣਦੀ ਹੈ। ਅੱਗੇ ਤੋਂ ਐਸੀ ਦੇਗ ਨੂੰ ਨਾ ਗੁਰੂ ਕੀ ਦੇਗ ਸਮਝਣਾ, ਨਾ ਲੈਣਾ। ਕੜਾਹ ਪ੍ਰਸ਼ਾਦ ਦੀ ਮਰਿਆਦਾ ਰਹਿਤਨਾਮੇ ਵਿੱਚ ਦਰਜ ਹੈ। ਦਾਸ ਲੇਖਕ ਵੱਲੋਂ ਲਿਖਿਆ ਜਾ ਰਿਹਾ ਹੈ। ਕੁਝ ਇਸ ਤਰ੍ਹਾਂ ਹੈ, ਨਮੂਨੇ ਮਾਤਰ ਪੰਕਤੀਆਂ ਹਾਜ਼ਰ ਹਨ। ਕੜਾਹ ਪ੍ਰਸਾਦ ਕੀ ਬਿਧ ਸੁਨ ਲੀਜੈ, तीन भांत को समसर कीजै, लेपन आगे बहु कर दीजै, मांजन कर भाजन तो बीजै, कर इशनान पवित्र होए बहै,
ਵਾਹਿਗੁਰੂ ਬਿਨ ਅਵਰ ਨ ਕਹੇ। ਨਵਤਨ ਕੁੰਭ ਪੂਰ ਜਲ ਲੇਹਿ, ਗੋਬਿੰਦ ਸਿੰਘ ਸਫਲ ਤਿਨ ਦੇਹ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵੇਂ ਤੈਸੀ ਕੋ ਆਸ ਕਰਾਈ। ਬਾਬਾ ਸ਼੍ਰੀ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਲੱਗਿਆਂ ਜੋ ਨਜ਼ਾਰੇ ਮਾਤਾ ਪਿਤਾ ਨੇ ਅੱਖੀਂ ਦੇਖੇ ਜਾਂ ਰਹਿਣ ਵਾਲੇ ਸੇਵਕਾਂ ਤੋਂ ਸੁਣੇ, ਤਕਰੀਬਨ ਉਹ ਸਾਰੇ ਕਲਮਬੰਦ ਕੀਤੇ ਗਏ ਹਨ। ਸ਼ਾਇਦ ਕੁਝ ਉਹਨਾਂ ਨੂੰ ਭੁੱਲ ਗਏ ਹੋਣ ਜਾਂ ਉਹਨਾਂ ਤੋਂ ਸੁਣ ਕੇ ਲੇਖਕ ਨੂੰ ਭੁੱਲ ਗਏ ਹੋਣ। ਕੁਝ ਬਚਨ ਜੋ ਗੁਪਤ ਹਨ ਉਹ ਵੀ ਰਹਿ ਗਏ ਹਨ। ਜਿਸ ਤਰ੍ਹਾਂ 10ਵੇਂ ਹਿੱਸੇ ਵਿੱਚ 3 ਸ਼ਬਦ ਬਾਬਾ ਜੀ ਨੇ ਦੱਸੇ, ਉਹਨਾਂ ਤਿੰਨਾਂ ਦੀ ਮਰਿਆਦਾ ਜੋ ਬਾਬਾ ਜੀ ਨੇ ਸਮਝਾਈ ਉਹ ਵੀ ਗੁਪਤ ਹੈ ਅਤੇ ਰਹੇਗੀ। ਇੱਕ ਬਚਨ ਜਾਂ ਸ਼ਬਦ ਜੋ ਹਜ਼ੂਰ ਨੇ ਲਿਖਾਇਆ, ਦੁੱਖ ਤਕਲੀਫ ਵੇਲੇ 3 ਵਾਰ ਸੁਣਾਉਣਾ, ਉਹ ਵੀ ਬਾਬਾ ਆਨੰਦ ਸਿੰਘ ਜੀ ਦੇ ਹੁਕਮ ਅਨੁਸਾਰ ਗੁਪਤ ਹੀ ਹੈ। ਇਤਨੇ ਨਜ਼ਾਰੇ ਵੇਖ ਕੇ ਇਹ ਵੀ ਭੁੱਲ ਗਏ। ਇੱਕ ਦਿਨ ਬੈਠੇ ਬੈਠੇ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੇ ਆਪਸ ਵਿੱਚ ਸਲਾਹ ਕੀਤੀ ਕਿ ਜੇ ਆਪਾਂ ਨੂੰ ਕਲੇਰਾਂ ਵਾਲੇ ਰਿਖੀ ਜੀ ਦੀ ਸੇਵਾ ਮਿਲ ਜਾਵੇ ਤਾਂ ਉਹ ਵੀ ਕਰਕੇ ਲਾਹਾ ਖੱਟੀਏ। ਠੀਕ ਉਸੇ ਸਮੇਂ ਹੀ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਆਵਾਜ਼ ਦਿੱਤੀ, ਬਾਲਿਆ ਡਰੋਲੀ ਵਾਲੇ ਦੋਹਾਂ ਜੀਆਂ ਨੂੰ ਹਾਜ਼ਰ ਕਰੋ। ਹੁਕਮ ਅਨੁਸਾਰ ਸੰਤ ਨਰੈਣ ਸਿੰਘ ਜੀ ਬੁਲਾ ਕੇ ਲੈ ਗਏ। ਹਾਜ਼ਰ ਹੋਣ ਉਪਰੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਬਚਨ ਕੀਤਾ, ਤੁਸੀਂ ਦੋਹਾਂ ਵਿੱਚੋਂ ਇੱਕ ਜਣਾ ਸਾਨੂੰ ਪਾਠ ਸੁਣਾਓ ਤੇ ਦੂਜਾ ਪੱਖੇ ਦੀ ਸੇਵਾ ਕਰੋ। ਸਵੇਰ ਦੇ ਲੰਗਰ ਤਿਆਰ ਕਰਨ ਦਾ ਵਕਤ ਹੋ ਗਿਆ। ਫਿਰ ਸੰਤ ਨਰੈਣ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਦਾ ਸਮਾਂ ਹੋ ਗਿਆ ਹੈ। ਹਜ਼ੂਰ ਨੇ ਬਚਨ ਕੀਤਾ, ਸ਼ੁੱਧ ਹੈ। ਡਰੋਲੀ ਵਾਲੇ ਦੋਵੇਂ ਜੀ ਲੰਗਰ ਤਿਆਰ ਕਰਨਗੇ। ਤੇ ਫਿਰ ਹੁਕਮ ਕੀਤਾ, ਜਾਓ ਲੰਗਰ ਤਿਆਰ ਕਰੋ। ਜਿਹੜਾ ਫੁਰਨਾ ਰਿਖੀਆਂ ਦੀ ਸੇਵਾ ਦਾ ਕੀਤਾ ਹੈ ਉਹ ਤਾਂ ਚੰਗਾ ਹੈ, ਹੋਰ ਨਾ ਕਰਿਓ। ਉਪਰੰਤ ਰਤਨ ਸਿੰਘ ਡਰੋਲੀ ਤੇ ਜੈ ਕੌਰ ਨੇ ਬੇਨਤੀ ਕਰਨੀ ਚਾਹੀ ਤਾਂ ਹੁਕਮ ਕੀਤਾ, ਜਿਹੜਾ ਫੁਰਨਾ ਕਰ ਲਿਆ ਉਹ ਤਾਂ ਪੂਰਾ ਕਰਨਾ ਪਵੇਗਾ, ਸਾਨੂੰ ਵੀ ਤੇ ਤੁਹਾਨੂੰ ਵੀ। ਅਗਲੀ ਗੱਲ ਫੇਰ ਕਰਾਂਗੇ। ਲੰਗਰ ਤਿਆਰ ਕਰਨ ਸਮੇਂ ਮੁੱਢ ਤੋਂ ਹੀ ਲੈ ਕੇ ਅਖੀਰ ਤੱਕ ਮਨ ਵਿੱਚ ਇਹ ਗੱਲ ਬਾਰ-ਬਾਰ ਆਉਂਦੀ ਰਹੀ ਕਿ ਅਸੀਂ ਫੁਰਨਾ ਕਰਕੇ ਗਲਤੀ ਕਰ ਬੈਠੇ ਹਾਂ। ਲੰਗਰ ਤਿਆਰ ਕਰਕੇ ਲੈ ਆਏ, ਰੋਜ਼ ਵਾਂਗ ਸਾਰੀ ਮਰਿਆਦਾ ਵੀ ਹੋ ਗਈ, ਲੰਗਰ ਵੀ ਵਰਤ ਗਿਆ। ਮਨ ਵਿੱਚ ਉਹੀ ਗੱਲ ਆਉਂਦੀ ਰਹੀ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਫੇਰ ਬੇਨਤੀ ਕਰਕੇ ਆਪਣੀ ਭੁੱਲ ਮੰਨੀ ਤਾਂ ਅੱਗੋਂ ਬਾਬਾ ਜੀ ਨੇ ਬਚਨ ਕੀਤਾ,
ਤੁਸੀਂ ਫੁਰਨਾ ਕਰਨ ਲੱਗੇ ਸਾਥੋਂ ਪੁੱਛਿਆ ਸੀ। ਹੁਣ ਜਦੋਂ ਅਸੀਂ ਫੁਰਨਾ ਪੂਰਾ ਕਰਨ ਲੱਗੇ ਹਾਂ ਤਾਂ ਤੁਸੀਂ ਭੁੱਲ ਮੰਨਣ ਲੱਗ ਪਏ। 3 ਜਨਮਾਂ ਦਾ ਸੰਬੰਧ ਤੁਹਾਡਾ ਸਾਡੇ ਨਾਲ ਤੇ ਮਹਾਂਪੁਰਖਾਂ ਨਾਲ ਹੈ। ਅਸੀਂ ਤੇ ਮਹਾਂਪੁਰਖ ਇਕੱਠੇ ਹੀ ਰਹੇ ਹਾਂ। ਤੁਸੀਂ ਵੀ 3 ਜਨਮਾਂ ਤੋਂ ਨਾਲ ਹੀ ਆ ਰਹੇ ਹੋ। ਰਤਨ ਸਿੰਘ ਡਰੋਲੀ ਨੇ ਬੇਨਤੀ ਕੀਤੀ, ਜੀ ਮਹਾਰਾਜ, ਉਹਨਾਂ ਵੱਲ ਵੇਖ ਕੇ ਤਾਂ ਡਰ ਬੜਾ ਆਉਂਦਾ ਹੈ। ਜੀ ਤੁਹਾਡੇ ਕੋਲ ਜੋ ਮਰਜ਼ੀ ਪੁੱਛੀਏ। ਤਾਂ ਬਾਬਾ ਜੀ ਨੇ ਬਚਨ ਕੀਤਾ, ਉਹਨਾਂ ਦੇ ਡਰ ਨੇ ਜਨਮਾਂ ਜਨਮਾਂ ਦੇ ਡਰ ਲਾ ਦੇਣੇ ਹਨ। ਤੇ ਤੁਸੀਂ ਕਿਉਂ ਡਰਦੇ ਹੋ? ਜੋ ਕੁਝ ਕਰਨਗੇ ਭਲਾ ਕਰਨਗੇ। ਮਹਾਂਪੁਰਖ ਬੜੇ ਦਿਆਲੂ ਹਨ, ਦਾਨੇ ਹਨ, ਬਖਸ਼ਿੰਦ ਹਨ। ਤੁਸੀਂ ਤਕੜੇ ਹੋ ਕੇ ਸੇਵਾ ਕਰਨੀ। ਇਸ ਤੋਂ ਬਾਅਦ ਬਾਬਾ ਜੀ ਨੇ ਐਸੀ ਖੇਡ ਰਚਾਈ ਕਿ ਜਦੋਂ ਦਿਨ ਚੜ੍ਹ ਜਾਏ, ਲੰਗਰ ਤਿਆਰ ਕਰਨ ਵਾਲੇ ਸਮੇਂ ਤੱਕ ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਦੋਹਾਂ ਤੋਂ ਵਾਰੀ-ਵਾਰੀ ਪਾਠ ਸੁਣਦੇ ਰਹਿਣਾ। ਲੰਗਰ ਤਿਆਰ ਕਰਕੇ ਆਉਣ ਸਮੇਂ ਵਰਤਾਉਣ ਤੋਂ ਛਕਾਉਣ ਸਮੇਂ ਤੱਕ ਦਾ ਸਮਾਂ ਦੇਣਾ। ਪਿੱਛੋਂ ਫਿਰ ਬੁਲਾ ਕੇ ਜਪਜੀ ਸਾਹਿਬ ਤੇ ਕਦੇ ਸੁਖਮਨੀ ਸਾਹਿਬ ਦਾ ਪਾਠ ਲਗਾਤਾਰ ਸੁਣਦੇ ਰਹਿਣਾ। ਪਿਛਲੇ ਪਹਿਰ ਤੱਕ। ਫਿਰ ਕਦੇ-ਕਦੇ ਰਾਤ ਨੂੰ ਵੀ ਪਾਠ ਸੁਣਨਾ ਤੇ ਬਚਨ ਕਰਨਾ ਸ਼ੁੱਧ ਹੈ। ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨ ਕੀਜੇ ਢੀਲਾ। ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਵਾਲੀ ਹਾਲਤ ਬਣ ਗਈ। ਲਗਾਤਾਰ ਰੋਜ਼ ਪਾਠ ਕਰਨ ਨਾਲ ਸਰੀਰਕ ਖੇਚਲ ਵੱਧ ਗਈ। ਬਾਬਾ ਜੀ ਅੰਤਰਜਾਮੀ ਜਾਣ ਗਏ ਕਿ ਸਰੀਰਕ ਤਕਲੀਫ ਬਹੁਤ ਹੋ ਗਈ ਹੈ। ਫਿਰ ਹਜ਼ੂਰੀ ਵਿੱਚ ਸੱਦ ਕੇ ਬਚਨ ਕੀਤਾ, ਤੁਸੀਂ ਬਹੁਤ ਥੱਕ ਗਏ ਹੋਵੋਗੇ ਸੇਵਾ ਕਰਕੇ। ਨਾਮ ਜਪ ਕੇ ਜੋ ਥਕੇਵਾਂ ਹੁੰਦਾ ਹੈ, ਉਸ ਦਾ ਫਲ ਸੁਖ ਰੂਪ ਹੈ। ਆਓ ਤੁਹਾਨੂੰ ਉਹ ਸੁਖ ਵਿਖਾਈਏ। ਕੋਲ ਬਿਠਾ ਕੇ ਰਤਨ ਸਿੰਘ ਡਰੋਲੀ ਤੇ ਜੈ ਕੌਰ ਦੇ ਸਿਰ ਤੇ ਹੱਥ ਰੱਖ ਕੇ ਬਚਨ ਕੀਤਾ, ਬੋਲੋ ਵਾਹਿਗੁਰੂ ਵਾਹਿਗੁਰੂ। ਫਿਰ ਕੀ ਵੇਖਿਆ ਤੇ ਅਨੁਭਵ ਕੀਤਾ, ਗੁਰਵਾਕ ਹੈ। ਘਰ ਮਹਿ ਘਰ ਦਿਖਾਈ ਦੇ, ਜੋ ਸਤਿਗੁਰ ਪੁਰਖ ਸੁਜਾਨ। ਪੰਜ ਸ਼ਬਦ ਧੁਨ ਕਾਰ ਧੁਨ, ਤੈ ਬਾਜੇ ਸ਼ਬਦ ਨਿਸ਼ਾਨ। ਦੀਪ ਲੋ ਪਾਤਾਲ ਤਹਿ, ਖੰਡ ਮੰਡਲ ਹੈਰਾਨ। ਤਾਰ ਘੋਰ ਬਾਜਿੰਤਰ ਤਹਿ, ਸਾਚ ਤਖਤ ਸੁਲਤਾਨ। ਸੁਖਮਨ ਕੈ ਕਰ ਰਾਗ ਸੁਨ, ਸੁਨ ਮੰਡਲ ਲਿਵ ਲਾਏ। ਅਕਥ ਕਥਾ ਵਿਚਾਰੀਏ, ਮਨਸਾ ਮਨਹਿ ਸਮਾਏ। ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਤਹੂ ਨ ਜਾਏ। ਅਜਪਾ ਜਾਪ ਨ ਵਿਸਰੇ, ਆਦ ਜੁਗਾਤ ਸਮਾਏ। ਸਭ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ। ਸ਼ਬਦ ਖੋਜ ਇਹ ਘਰ ਲਹੇ, ਨਾਨਕ ਤਾ ਕਾ ਦਾਸ।
ਪਤਾ ਨਹੀਂ ਕਦੋਂ ਸਿਰ ਤੋਂ ਹੱਥ ਚੁੱਕਿਆ। ਉਸ ਵੇਲੇ ਹੀ ਪਤਾ ਲੱਗਾ ਜਿਸ ਵੇਲੇ ਆਵਾਜ਼ ਦੇ ਕੇ ਸਾਵਧਾਨ ਕੀਤਾ ਅਤੇ ਬਚਨ ਕੀਤਾ, ਕਿਉਂ ਵੇਖਿਆ ਆਨੰਦ ਕੈਸਾ ਹੈ। ਇਹ ਹੈ ਅਸਲ ਆਨੰਦ। ਜੇ ਤੁਸੀਂ ਫੁਰਨਾ ਨਾ ਕਰਦੇ ਤਾਂ ਤੁਹਾਨੂੰ ਇਹ ਛੇਤੀ ਮਿਲ ਜਾਣਾ ਸੀ। ਉਸ ਸਮੇਂ ਸਰੀਰਕ ਤਕਲੀਫ ਤੇ ਥਕਾਵਟ ਦੂਰ ਹੋ ਚੁੱਕੀ ਸੀ। ਸਰੀਰ ਹਲਕਾ ਫੁੱਲ ਵਰਗਾ ਸੀ। ਅਖੀਰ ਤੇ ਬਚਨ ਕੀਤਾ, ਹੁਣ ਤੁਹਾਡੀ ਮਹਾਂਪੁਰਖਾਂ ਨਾਲ ਪੱਕੀ ਗੰਢ ਪੈ ਗਈ। ਇੱਥੇ ਜਿੰਨੀ ਸੇਵਾ ਹੋ ਸਕੇ ਕਰੋ, ਸ਼ੁੱਧ ਹੈ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨ ਤੇਰੇ। ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਸਮੇਂ ਇੱਕ ਮੋਰ ਹੁੰਦਾ ਸੀ। ਹਜੂਰ ਉਸ ਨੂੰ ਆਲਾ ਕਹਿ ਕੇ ਬੁਲਾਉਂਦੇ ਸਨ ਤੇ ਉਸ ਨੂੰ ਚੂਰੀ ਕੁੱਟ ਕੇ ਆਪਣੇ ਹੱਥੀਂ ਖਵਾਉਣੀ। ਮੋਰ ਤਾਂ ਹੋਰ ਵੀ ਬੇਅੰਤ ਸਨ, ਪਰ ਚੂਰੀ ਇਸ ਇਕੱਲੇ ਨੂੰ ਹੀ ਮਿਲਦੀ ਸੀ ਅਤੇ ਰੋਜ਼ਾਨਾ ਮਿਲਦੀ ਸੀ। ਕਦੇ ਕਦੇ ਹਜੂਰ ਨੇ ਆਵਾਜ਼ ਦੇਣੀ, ਆਲਿਆ, ਤਾਂ ਇਸ ਨੇ ਜਿੱਥੇ ਵੀ ਬੈਠੇ ਹੋਣਾ ਉੱਥੋਂ ਹੀ ਆਵਾਜ਼ ਦੇਣੀ ਤੇ ਉੱਡ ਕੇ ਬਾਬਾ ਜੀ ਦੇ ਆਸਣ ਉੱਤੇ ਆ ਬੈਠਣਾ। ਆ ਕੇ ਬਾਬਾ ਜੀ ਦੇ ਅੱਗੇ ਪਿੱਛੇ ਖੇਡਣਾ ਤੇ ਉੱਡ ਉੱਡ ਕੇ ਬੈਠਣਾ। ਘੰਟਿਆਂ ਬੱਧੀ ਬਾਬਾ ਜੀ ਦੇ ਆਸਣ ਉੱਤੇ ਲਿਟਦੇ ਰਹਿਣਾ। ਇੱਕ ਦਿਨ ਭਜਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਇਹ ਆਲਾ ਕੌਣ ਹੈ? ਅੱਗੋਂ ਬਾਬਾ ਜੀ ਨੇ ਬਚਨ ਕੀਤਾ, ਇਹ ਆਲਾ ਸਾਡਾ ਭਰਾ ਹੈ। ਜਦੋਂ ਅਸੀਂ ਛੋਟੀ ਉਮਰ ਵਿੱਚ ਘਰ ਹੁੰਦੇ ਸਾਂ, ਅਸੀਂ ਰਾਤ ਨੂੰ ਸੌਂਦੇ ਨਹੀਂ ਸੀ। ਇਹ ਸਾਨੂੰ ਘੂਰ ਕੇ ਲੰਮਾ ਪਾ ਦਿੰਦਾ ਸੀ। ਜਦੋਂ ਅਸੀਂ ਵੱਡੇ ਹੋ ਕੇ ਬਾਹਰ ਤਪੱਸਿਆ ਕਰਨ ਜਾਣਾ, ਇਸ ਨੇ ਹਰ ਵੇਲੇ ਸਾਡਾ ਪਿੱਛਾ ਕਰਨਾ। ਅਸੀਂ ਨੀਂਦ ਤੋਂ ਬਚਣ ਲਈ ਖੂਹ ਵਿੱਚ ਲੱਤਾਂ ਲਮਕਾ ਕੇ ਬੈਠ ਜਾਣਾ। ਇਸ ਨੇ ਸਾਨੂੰ ਖਿੱਚ ਕੇ ਲਿਆਉਣਾ। ਮੱਲੋ ਮੱਲੀ ਰੋਟੀ ਸਾਡੇ ਮੂੰਹ ਵਿੱਚ ਪਾਉਣੀ। ਕਰਮ ਫਲ ਹੈ। ਇਹ ਮੋਰ ਬਣ ਗਿਆ ਤੇ ਹੁਣ ਸਾਡੇ ਕੋਲ ਆ ਗਿਆ ਹੈ। ਅੱਗੇ ਵਾਸਤੇ ਇਸ ਦਾ ਲੇਖਾ ਸਾਫ਼, ਹੁਣ ਦਰਗਾਹ ਜਾਏਗਾ। ਕੁਝ ਦਿਨਾਂ ਤੋਂ ਬਾਅਦ ਇੱਕ ਦਿਨ ਸਵੇਰੇ ਸਾਰ ਜਦੋਂ ਮਹਾਰਾਜ ਦੇ ਆਸਣ ਦਾ ਦਰਵਾਜ਼ਾ ਖੋਲ੍ਹਿਆ, ਸੰਗਤ ਮੱਥਾ ਟੇਕਣ ਵਾਸਤੇ ਆਈ। ਸਭ ਦੇ ਨਮਸਕਾਰ ਕਰਨ ਉਪਰੰਤ ਹਜੂਰ ਨੇ ਬਚਨ ਕੀਤਾ, ਨੀਲਾ ਸਿਆਂ ਆਲੇ ਨੂੰ ਭਾਲੋ ਕਿੱਥੇ ਹੈ। ਜਿੱਥੇ ਅੱਗੇ ਰੋਜ਼ ਬੈਠਦਾ ਸੀ, ਉੱਥੇ ਜਾ ਕੇ ਵੇਖਿਆ ਤਾਂ ਮੋਰ ਜ਼ਮੀਨ 'ਤੇ ਡਿੱਗਾ ਪਿਆ ਸੀ। ਭਾਗੀ ਬਾਂਦਰ ਵਾਲੇ ਨਿੱਕਾ ਸਿੰਘ ਨੇ ਵੇਖ ਕੇ ਦੱਸਿਆ, ਮਹਾਰਾਜ, ਆਲਾ ਤਾਂ ਭੁੰਜੇ ਡਿੱਗਾ ਪਿਆ ਹੈ। ਬਾਬਾ ਜੀ ਨੇ ਬਚਨ ਕੀਤਾ, ਜਾਓ ਛੇਤੀ ਕਰੋ, ਚੁੱਕ ਕੇ ਲਿਆਓ। ਹੁਕਮ ਅਨੁਸਾਰ ਚੁੱਕ ਕੇ ਹਜੂਰ ਦੇ ਅੱਗੇ ਲਿਆ ਰੱਖਿਆ। ਅਜੇ ਕੁਝ ਸਵਾਸ ਬਾਕੀ ਸਨ ਅਤੇ ਮੋਰ ਆਲਾ ਥੋੜ੍ਹਾ ਥੋੜ੍ਹਾ ਬੋਲ ਰਿਹਾ ਸੀ, ਮਾਨੋ ਆਪਣੇ ਕੀਤੇ ਗੁਨਾਹਾਂ ਦੀ ਭੁੱਲ ਮੰਨ ਰਿਹਾ ਸੀ।
ਬਾਬਾ ਜੀ ਆਪਣੇ ਆਸਣ ਤੋਂ ਹੇਠਾਂ ਉਤਰ ਆਏ ਤੇ ਕਪੂਰ ਸਿੰਘ ਰਹਿਰਾਸੀਏ ਨੂੰ ਬਚਨ ਕੀਤਾ, ਇਸ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ। ਪਾਠ ਸ਼ੁਰੂ ਹੋ ਗਿਆ। ਸਮਾਪਤੀ ਦੇ ਨਾਲ ਹੀ ਮੋਰ ਆਲੇ ਨੇ ਸਰੀਰ ਤਿਆਗ ਦਿੱਤਾ। ਨਾਲ ਹੀ ਬਾਬਾ ਜੀ ਨੇ ਬਚਨ ਕੀਤਾ, ਗਿਆ ਦਰਗਾਹ ਨੂੰ ਬਖਸ਼ਿਆ ਗਿਆ। 3 ਵਾਰ ਬਚਨ ਕੀਤਾ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਂਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।